Friends, welcome on Study Hub channel. This is Pooja Singla. Today this video is regarding ETT admission. ਜਿਹੜੇ ਬੱਚਿਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿ ETT ਐਡਮਿਸ਼ਨ ਕਦੋਂ ਹੋਏਗੀ, ਬਹੁਤ ਸਾਰੀਆਂ ਕੁਐਰੀਜ਼ ਆ ਰਹੀਆਂ ਸੀ ਮੇਰੇ ਕੋਲੇ, ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਬੈਨੀਫਿਸ਼ੀਅਲ ਰਹੇਗੀ। ਕੀ ਪ੍ਰੋਸੈਸ ਰਹੇਗਾ, ਕੀ ਨਹੀਂ ਰਹੇਗਾ, ਤੁਸੀਂ ਜੇ ਸਾਰਾ ਕੁਝ ਜਾਣਨਾ ਚਾਹੁੰਦੇ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ। ਦੇਖੋ ਇਹ ਅਫੀਸ਼ੀਅਲ ਨੋਟਿਸ ਹੈ 5/11/2024 ਨੂੰ ਇਹ ਜਾਰੀ ਕੀਤਾ ਗਿਆ ਸੀ। ਸੌਰੀ ਫॉर ਲੇਟ, ਠੀਕ ਹੈ। ਤੇ ਇਹ ਜਿਹੜੀ ਹੈਗੀ ਆ ਵੀਡੀਓ ਮੈਂ ਡਿਟੇਲ ਦੇ ਵਿੱਚ ਬਣਾਉਣਾ ਚਾਹੁੰਦੀ ਸੀ, ਇਸ ਲਈ ਮੈਂ ਥੋੜ੍ਹਾ ਲੇਟ ਕੀਤਾ। ਸਭ ਤੋਂ ਪਹਿਲਾਂ ਸਮਝ ਲਓ ਜਿਹੜਾ ਸੈਸ਼ਨ ਹੈ 2024 ਤੋਂ 26 ਤੱਕ ਦਾ ਸੈਸ਼ਨ ਦੀ ਗੱਲ ਕੀਤੀ ਹੈ ਇਸ ਦੇ ਵਿੱਚ। ਅਤੇ ਜਿਹੜੀ ਐਡਮਿਸ਼ਨ ਹੈ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ DLED ਦੀ ਗੱਲ ਕਰ ਰਹੇ ਹੈ। ਕਹਿੰਦੇ ਕੋਰਸ ਇਨ ਗਵਰਨਮੈਂਟ ਐਂਡ ਪ੍ਰਾਈਵੇਟ ਐਫੀਲੀਏਟਿਡ ਇੰਸਟੀਟਿਊਸ਼ਨ ਐਜ਼ ਪਰ ਨੈਸ਼ਨਲ ਕਾਊਂਸਿਲ ਫॉर ਟੀਚਰਸ ਐਜੂਕੇਸ਼ਨ NCTE, ਜਿਹੜੇ ਵੀ 2024 ਦੇ ਥਰੂ ਕੰਬਾਈਨਡ ਐਂਟਰੈਂਸ ਟੈਸਟ ਹੋਏਗਾ, ਕੰਬਾਈਨਡ ਐਂਟਰੈਂਸ ਟੈਸਟ ਲਿਆ ਜਾਵੇਗਾ ਅਤੇ ਫਿਰ ਮੈਰਿਟ ਬਣਾਈ ਜਾਏਗੀ। ਮੈਰਿਟ ਬੇਸ 'ਤੇ ਤੁਹਾਨੂੰ ਐਡਮਿਸ਼ਨ ਮਿਲੇਗੀ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਰਹਿਣ ਵਾਲਾ। ਜਿਨ੍ਹਾਂ ਦੇ ਡਾਊਟਸ ਐਲੀਜੀਬਿਲਿਟੀ ਨੂੰ ਲੈ ਕੇ ਸੀਗੇ ਅੱਜ ਉਹਨਾਂ ਦੇ ਬਿਲਕੁਲ ਕਲੀਅਰ ਹੋ ਜਾਣਗੇ। ਕੈਂਡੀਡੇਟ ਸ਼ੁੱਡ ਹੈਵ ਪਾਸਡ ਗ੍ਰੈਜੂਏਸ਼ਨ ਵਿਦ ਮਿਨੀਮਮ 50 ਮਾਰਕਸ ਇਨ ਕੇਸ ਆਫ ਜਨਰਲ ਕੈਟੇਗਰੀ। ਜਨਰਲ ਕੈਟੇਗਰੀ ਦੇ ਬੱਚੇ ਦੇ ਜਿਹੜੇ ਹੈ 50% ਮਾਰਕਸ ਹੋਣੇ ਚਾਹੀਦੇ ਗ੍ਰੈਜੂਏਸ਼ਨ। ਦੇਖੋ ਇੱਕ ਗੱਲ ਮੈਂ ਫਿਰ ਰਿਪੀਟ ਕਰਾਂਗੀ, 12th ਦੀ ਐਲੀਜੀਬਿਲਿਟੀ ਨਹੀਂ ਹੈਗੀ, ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ। ਤੁਸੀਂ ਜੇ ਜਨਰਲ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡੇ 50% ਮਾਰਕਸ ਹੋਣੇ ਚਾਹੀਦੇ। ਜੇ ਤੁਸੀਂ SC ਹੋ ਜਾਂ ਬੈਕਵਰਡ ਕਲਾਸਿਸ ਦੇ ਬੱਚੇ ਹੋ ਤਾਂ 45% ਮਾਰਕਸ ਹੋਣੇ ਚਾਹੀਦੇ ਹੈ। ਜੇ ਤੁਸੀਂ ਫਿਜ਼ੀਕਲੀ ਹੈਂਡੀਕੈਪਡ ਵੀ ਹੋ, ਠੀਕ ਹੈ, ਤਾਂ ਵੀ ਤੁਹਾਨੂੰ 45% ਮਾਰਕਸ ਚਾਹੀਦੇ ਨੇ। ਇੱਕ ਹੋਰ ਚੀਜ਼ ਜੋ ਬੱਚੇ ਨੇ ਇੱਕ ਕੁਐਸਚਨ ਪੁੱਟ ਕੀਤਾ ਸੀ ਮੈਨੂੰ ਸਪੈਸ਼ਲੀ ਉਸ ਬੱਚੇ ਲਈ, ਨੋ ਕੈਂਡੀਡੇਟ ਵਿਦ ਰੀਅਪੀਅਰ ਕੰਪਾਰਟਮੈਂਟ ਰਿਜ਼ਲਟ ਲੇਟਰ ਇਨ ਕੁਆਲੀਫਾਈਂਗ ਐਗਜ਼ਾਮੀਨੇਸ਼ਨ ਸ਼ੈਲ ਬੀ ਐਲੀਜੀਬਲ ਫॉर ਐਡਮਿਸ਼ਨ। ਕਹਿੰਦੇ ਜਿਹੜਾ ਬੱਚਾ ਰੀਅਪੀਅਰ ਹੈ ਜਾਂ ਉਹਦੀ ਕੋਈ ਕੰਪਾਰਟਮੈਂਟ ਹੈ, ਕੰਪਾਰਟਮੈਂਟ ਦਾ ਮਤਲਬ ਹੀ ਰੀਅਪੀਅਰ ਹੁੰਦਾ, ਜਾਂ ਉਹਦਾ ਰਿਜ਼ਲਟ ਲੇਟ ਹੈ ਵੀ ਨਹੀਂ ਆਇਆ, ਉਹ ਬੱਚਾ ਵੀ ਕੀ ਕਹਿੰਦੇ ਹੈ ਕੁਆਲੀਫਾਈ ਨਹੀਂ ਮੰਨਿਆ ਜਾਂਦਾ। ਸੋ ਸੌਰੀ ਫॉर ਦੋ ਸਟੂਡੈਂਟਸ, ਠੀਕ ਹੈ, ਜਿਨ੍ਹਾਂ ਨੂੰ ਮੈਂ ਇਹ ਗੱਲ ਕਹੀ ਸੀਗੀ। ਬੱਚਿਆਂ ਨੂੰ ਥੋੜ੍ਹਾ ਜਿਹਾ ਡਾਊਟ ਸੀਗਾ, ਉਹਨਾਂ ਦਾ ਡਾਊਟ ਕਲੀਅਰ ਹੋ ਗਿਆ। ਉਸ ਤੋਂ ਬਾਅਦ ਕੀ ਹੈ ਤੁਹਾਡੀ ਐਲੀਜੀਬਿਲਿਟੀ ਕੀ ਹੈ, ਕੈਂਡੀਡੇਟ ਮਸਟ ਹੈਵ ਪਾਸਡ ਪੰਜਾਬੀ ਅਪ ਟੂ ਮੈਟ੍ਰਿਕ ਲੈਵਲ ਸਟੈਂਡਰਡ। ਕੀ ਕਹਿੰਦੇ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਤੁਹਾਡੀ ਮੈਟ੍ਰਿਕ ਲੈਵਲ ਦੀ। ਇੱਕ ਹੋਰ ਚੀਜ਼ ਇੰਸ਼ੋਰ ਕਰਨੀ ਹੈ, ਕਹਿੰਦੇ ਹਾਈ ਕੁਆਲਿਟੀ ਸਟੈਂਡਰਡ ਜਿਹੜੇ ਹੋ ਗਏ, ਐਨੀ ਕੈਂਡੀਡੇਟ ਹੂ ਹੈਜ਼ ਨਾਟ ਪਾਸਡ ਇਨ ਸਬਜੈਕਟ ਲਾਈਕ, ਜਿਹੜੇ ਬੱਚੇ ਪਾਸ ਨਹੀਂ ਹੈਗੇ ਇੰਗਲਿਸ਼, ਹਿੰਦੀ, ਪੰਜਾਬੀ, ਸਾਇੰਸ, ਸੋਸ਼ਲ ਸਟੱਡੀਜ਼ ਐਂਡ ਮੈਥਾਮੈਟਿਕਸ ਕਲਾਸ 10 ਦੇ ਵਿੱਚੋਂ, ਉਹ ਵੀ ਬੱਚੇ ਐਲੀਜੀਬਲ ਨਹੀਂ ਹੈਗੇ DLED ਕੋਰਸ ਲਈ। ਦੇਖੋ ਬਹੁਤ ਬੱਚਿਆਂ ਨੂੰ ਡਾਊਟ ਸੀ, ਬਹੁਤ ਵੱਡਾ ਡਾਊਟ ਸੀ, ਅੱਜ ਉਹਨਾਂ ਦਾ ਉਹ ਕਲੀਅਰ ਹੋ ਰਿਹਾ, ਤਾਂ ਬਹੁਤ ਧਿਆਨ ਨਾਲ ਵੀਡੀਓ ਦੇਖਿਓ। ਉਸ ਤੋਂ ਬਾਅਦ ਏਜ ਲਿਮਿਟ ਕੀ ਹੈ, ਮੈਕਸਿਮਮ ਏਜ ਲਿਮਿਟ ਐਜ਼ ਔਨ ਡੇਟ ਆਫ ਐਪਲੀਕੇਸ਼ਨ ਫॉर ਐਡਮਿਸ਼ਨ ਟੂਵਰਡਸ ਫॉर ਜਨਰਲ ਕੈਟੇਗਰੀ ਕੈਂਡੀਡੇਟ ਵਿਲ ਬੀ 37 ਈਅਰ। ਜੇ ਤੁਸੀਂ 37 ਸਾਲ ਤੱਕ ਦੇ ਹੋ ਤੁਸੀਂ ਕਰ ਸਕਦੇ ਹੋ ਅਪਲਾਈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਰੈਸੀਡੈਂਸ਼ੀਅਲ ਸਟੇਟਸ ਕੀ ਹੋਣਾ ਚਾਹੀਦਾ, ਬੱਚਾ ਕਿ ਡੋਮੀਸਾਈਲ ਪੰਜਾਬ ਦਾ ਹੋਣਾ ਚਾਹੀਦਾ। ਅਦਰ ਸਟੇਟ ਨਹੀਂ ਚੱਲੂਗੀ, ਪੰਜਾਬ ਦਾ ਡੋਮੀਸਾਈਲ ਹੋ ਤਾਂ ਹੀ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ, ਅਦਰਵਾਈਜ਼ ਤੁਸੀਂ ਅਪਲਾਈ ਨਹੀਂ ਕਰ ਸਕਦੇ। ਉਸ ਤੋਂ ਬਾਅਦ ਡਿਊਰੇਸ਼ਨ ਤੁਹਾਨੂੰ ਪਤਾ ਟਾਈਮ ਪੀਰੀਅਡ ਕੀ ਹੈ, 2 ਈਅਰ ਐਕਡੈਮਿਕ ਈਅਰਸ ਹੈ ਨਾ। DLED ਪ੍ਰੋਗਰਾਮ ਜਿਹੜਾ 2 ਸਾਲ ਦਾ ਹੈਗਾ। The student shall be permitted to complete the program within a maximum period of 3 years from the date of admission to the program। ਹੁਣ ਇੱਕ ਨਵੀਂ ਚੀਜ਼ ਇਹ 'ਚ ਇੰਪਲੀਮੈਂਟ ਹੋਈ ਹੈ, ਕਹਿੰਦੇ ਦੁਬਾਰਾ ਲਾਈਨ ਮੈਂ ਰੀਡ ਕਰਕੇ ਤੁਹਾਨੂੰ ਦੱਸਦੀ ਹਾਂ। The student shall be permitted to complete the program within a maximum period of 3 years from the date of admission to the program। ਜਿਸ ਦਿਨ ਤੁਸੀਂ ਐਡਮਿਸ਼ਨ ਲੈਂਦੇ ਹੋ ਤੁਹਾਨੂੰ ਉਹ ਤਾਂ ਕੋਰਸ ਹੈ 2 ਸਾਲ ਦਾ, ਪਰ ਤੁਹਾਨੂੰ 3 ਸਾਲ ਦਿੱਤੇ ਜਾਣਗੇ ਕੋਰਸ ਨੂੰ ਪੂਰਾ ਕਰਨ ਲਈ। ਉਸ ਤੋਂ ਬਾਅਦ ਕੀ ਹੈ, ਹੁਣ ਦੇਖੋ ਅਗਲਾ ਕੀ ਸਟੈਪ ਆਪਣਾ, ਸਿਲੈਕਸ਼ਨ ਕ੍ਰਾਈਟੀਰੀਆ ਕੀ ਰਹਿਣ ਵਾਲਾ। ਕਹਿੰਦੇ ਸਿਲੈਕਸ਼ਨ ਕੈਂਡੀਡੇਟ ਵਿਲ ਬੀ ਡਨ ਔਨ ਦਾ ਬੇਸਿਸ ਆਫ ਮੈਰਿਟ ਇਨ ਦਾ ਐਂਟਰੈਂਸ ਟੈਸਟ। ਜਿਹੜਾ ਟੈਸਟ ਦੇ ਅਕੋਰਡਿੰਗ ਕੀ ਹੈ, ਮੈਰਿਟ ਬੇਸ ਤੁਹਾਡਾ ਐਡਮਿਸ਼ਨ ਮਿਲੇਗੀ ਤੁਹਾਨੂੰ। ਮਿਨੀਮਮ ਮਾਰਕਸ ਟੂ ਕੁਆਲੀਫਾਈ ਦਿਸ ਐਂਟਰੈਂਸ ਵਿਲ 50%, ਤੁਹਾਨੂੰ ਮਿਨੀਮਮ ਘੱਟ ਤੋਂ ਘੱਟ 50% ਚਾਹੀਦੇ ਨੇ ਜੇ ਤੁਸੀਂ ਜਨਰਲ ਬੱਚੇ ਹੋ। ਜੇ ਤੁਸੀਂ ਅਦਰ ਕਾਸਟ SC ਹੋ ਗਿਆ, ST ਹੋ ਗਿਆ, ਫਿਜ਼ੀਕਲੀ ਹੈਂਡੀਕੈਪਡ, ਫਿਰ ਤੁਹਾਨੂੰ 5% ਦੀ ਰਿਲੈਕਸੇਸ਼ਨ ਦਿੱਤੀ ਜਾਊਗੀ, ਠੀਕ ਹੈ। ਇਹ ਐਜ਼ ਪਰ ਦਾ ਗਵਰਨਮੈਂਟ ਗਾਈਡਲਾਈਨਸ ਦੇ ਅਕੋਰਡਿੰਗ ਹੈ, ਠੀਕ ਹੈ। ਹੁਣ ਰਿਜ਼ਰਵੇਸ਼ਨ ਕਿਵੇਂ ਹੋਏਗੀ, ਕੈਟੇਗਰੀ ਵਾਈਜ਼ ਰਿਜ਼ਰਵੇਸ਼ਨ ਲਿਖਿਆ ਹੋਇਆ ਸੀਟਸ ਦੀ। ਜਨਰਲ ਦੀ 39% ਹੈ, BC ਦੀ 10% ਹੈ, SC RO ਦੀ 10%, SC MB ਦੀ 10% ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਜਨਰਲ ਐਕਸ ਸਰਵਿਸਮੈਨ ਦੀ 7% ਹੈ, BC ਐਕਸ ਸਰਵਿਸਮੈਨ ਦੀ 2% ਹੈ, ਬਾਕੀ ਅਦਰ ਆਗੇ ਦੇਖੋ SC ਐਕਸ ਸਰਵਿਸਮੈਨ ਦੀ 4%। ਉਸ ਤੋਂ ਬਾਅਦ ਇਕਨੋਮਿਕਲ ਵੀਕਰ ਸੈਕਸ਼ਨ ਦੀ 10% ਹੈ, ਫਿਜ਼ੀਕਲੀ ਹੈਂਡੀਕੈਪ ਦੀ 4% ਹੈ, SC ਸਪੋਰਟਸ ਦੀ 1% ਹੈ। ਇਹ ਜਿਹੜਾ ਡਾਟਾ ਗਾ ਇਹ ਗਵਰਨਮੈਂਟ ਕਾਲਜ ਦੇ ਵਿੱਚ ਸੀਟਸ ਲੈਂਦਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਮਰਜਿੰਗ ਆਫ ਸੀਟ।
if no candidate is available against above mentioned of quota seats for particular candidate, those seats will be merged in last counselling ਤੇ seats ਨੂੰ merge ਕੀਤਾ ਜਾਏਗਾ। ਹੁਣ ਦੇਖੋ ਕਹਿੰਦੇ ਸਾਰਾ ਡਿਟੇਲ ਦਿੱਤੀ ਹੋਈ ਹੈ, ਤੁਸੀਂ ਵੇਖ ਹੀ ਸਕਦੇ ਹੋ ਅਲੱਗ-ਅਲੱਗ ਹੈ ਨਾ ਵੀ ਜਿਹੜੀਆਂ ਉਹਨਾਂ ਨੂੰ ਸੀਟਸ ਨਹੀਂ ਮਿਲੇ ਫਿਰ ਕਿਵੇਂ ਮਰਜ ਹੋਣਗੀਆਂ, ਉਹ ਸਾਰਾ ਲਿਖਿਆ ਹੋਇਆ। ਉਸ ਤੋਂ ਬਾਅਦ ਟਾਈ ਕੀ ਹੈ, ਇਨ ਕੇਸ ਆਫ ਟਾਈ ਇਨ ਮੈਰਿਟ ਆਫ ਇੰਟਰਸਟ, ਟਾਈ ਅਪ ਹੋ ਜਾਂਦਾ ਮੰਨ ਲਓ ਸੇਮ ਨੰਬਰ ਹੈ, ਪ੍ਰੈਫਰੈਂਸ ਵਿਲ ਬੀ ਗਿਵਨ ਟੂ ਕੈਂਡੀਡੇਟ ਓਲਡਰ ਇਨ ਏਜ, ਜਿਹਦੀ ਏਜ ਜ਼ਿਆਦਾ ਹੋਊਗੀ ਉਹਨੂੰ ਚਾਂਸ ਦਿੱਤਾ ਜਾਊਗਾ। ਉਸ ਤੋਂ ਬਾਅਦ ਕੀ ਹੈ, ਜੇ ਫਿਰ ਵੀ ਕੋਈ ਅੱਗੇ ਪ੍ਰੈਫਰੈਂਸ ਦੇਣ ਦੀ ਵਾਰੀ ਆਉਂਦੀ ਤਾਂ ਫਿਰ ਤੁਹਾਡੀ ਗ੍ਰੈਜੂਏਸ਼ਨ ਦੇ ਮਾਰਕਸ ਦੇ ਅਕੋਰਡਿੰਗ ਤੁਹਾਨੂੰ ਪ੍ਰੈਫਰੈਂਸ ਦਿੱਤੀ ਜਾਊਗੀ। ਔਨਲਾਈਨ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਕਿੰਨੀ ਹੈ, ਜਰਨਲ ਦੀ 1000 ਹੈ ਅਤੇ SC ST ਦੀ ਫਿਜ਼ੀਕਲੀ ਹੈਂਡੀਕੈਪ ਦੀ 500 ਹੈ ਅਤੇ ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈਗੀ। ਜਿਹੜੀ ਕਾਉਂਸਲਿੰਗ ਅਤੇ ਵੈਰੀਫਿਕੇਸ਼ਨ ਵਗੈਰਾ ਹੈ ਨਾ ਉਹ ਸਾਰਾ ਡਾਈਟ ਦੇ ਵਿੱਚ ਹੋਏਗਾ, ਸਾਰਾ ਜੋ ਵੀ ਉਹਨਾਂ ਨੇ ਤੁਹਾਨੂੰ ਉਸ ਟਾਈਮ 'ਤੇ ਕੋਈ ਨੋਟਿਸ ਜਾਰੀ ਹੋਊਗਾ। ਉਸ ਤੋਂ ਬਾਅਦ ਫਿਲਿੰਗ ਆਫ DLD ਸੀਟਸ ਇਨ ਪ੍ਰਾਈਵੇਟ ਇੰਸਟੀਟਿਊਸ਼ਨ, ਉਹਦਾ ਅਲੱਗ ਸਿਸਟਮ ਹੈ। ਅਤੇ ਜਿਹੜਾ ਮੇਨ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਉਹ ਮੈਂ ਤੁਹਾਨੂੰ ਸਾਰਾ ਦੱਸ ਚੁੱਕੀ ਹਾਂ, ਫਿਰ ਵੀ ਜੇ ਮੈਂ ਚੈੱਕ ਕਰ ਲੈਂਦੀ ਕੁਛ ਰਹਿੰਦਾ ਹੋਵੇ ਤਾਂ। ਹਾਂ, ਫੀਸ ਦਾ ਦੱਸਣਾ ਰਹਿ ਗਿਆ ਸੀਗਾ। ਇੰਸਟੀਟਿਊਸ਼ਨ ਟਾਈਪ ਦੇ ਜੇ ਪ੍ਰਾਈਵੇਟ ਹੈ, ਸੈਲਫ ਫਾਈਨੈਂਸਡ ਕਾਲਜਿਸ ਨੇ, ਉਹਦੀ ਪਰ ਈਅਰ ਦੀ ਫੀਸ 44000 ਹੈ। ਇੱਕ ਸੈਕਿੰਡ, ਉਸ ਤੋਂ ਬਾਅਦ ਹੈ ਕਾਉਂਸਲਿੰਗ, ਜੇ ਮੈਨੇਜਮੈਂਟ ਕੋਟੇ ਦੀ ਫੀਸ ਹੈ 44000 ਹੈ, ਜੇ ਤੁਸੀਂ ਕਾਉਂਸਲਿੰਗ ਥਰੂ ਜਾਂਦੇ ਹੋ ਤਾਂ 40000 ਹੈ, ਠੀਕ ਹੈ, ਪਰ ਈਅਰ ਦੀ ਫੀਸ ਹੈ। ਜੇ ਤੁਸੀਂ ਡਾਈਟ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਮੈਨੇਜਮੈਂਟ ਕੋਟਾ ਦੀ ਫੀਸ ਨਾ, ਠੀਕ ਹੈ। ਜੇ ਤੁਸੀਂ ਕਾਉਂਸਲਿੰਗ ਕੋਟਾ ਫੀਸ ਪਰ ਈਅਰ ਦੀ 8500 ਹੈ, ਠੀਕ ਹੈ। ਦੇਖੋ ਇੱਥੇ ਨਾ ਕਿਉਂ ਲਿਖਿਆ ਹੋਇਆ, ਕੁਝ ਬੱਚਿਆਂ ਨੂੰ ਡਾਊਟ ਹੋ ਗਿਆ, ਇੱਥੇ ਉਹਨਾਂ ਬੱਚਿਆਂ ਨੂੰ ਸੀਟ ਨਹੀਂ ਦਿੱਤੀ ਜਾਊਗੀ, ਮੈਨੇਜਮੈਂਟ ਕੋਟਾ ਅਲਾਉ ਨਹੀਂ ਹੈਗਾ, ਉੱਥੇ ਕਾਉਂਸਲਿੰਗ ਵਾਲੇ ਬੱਚੇ ਹੀ ਜਾਂਦੇ ਨੇ। ਮਾਈਗ੍ਰੇਸ਼ਨ ਵਾਲਾ ਸਿਸਟਮ ਬਾਅਦ ਦੀ ਗੱਲ ਹੈ। ਨੋ ਮਿਡ ਟਰਮ ਫਿਲਿੰਗ ਹੋ ਗਿਆ, ਫੋਰਸ ਡਾਕੂਮੈਂਟਸ ਹੋ ਗਿਆ, ਅਤੇ ਜਿਹੜਾ ਮੇਨ ਤੁਹਾਨੂੰ ਦੱਸਣ ਵਾਲਾ ਸੀ ਮੈਂ ਸਾਰਾ ਦੱਸਤਾ। ਅੱਜ ਦੀ ਵੀਡੀਓ 'ਤੇ ਸਮਾਪਤ ਹੁੰਦੀ। ਮੈਂ ਉਮੀਦ ਕਰਦੀ ਕਿ ਤੁਹਾਨੂੰ ਜੋ ਵੀ ਤੁਹਾਡੇ ਡਾਊਟ ਸੀ ਕਲੀਅਰ ਹੋ ਗਏ ਹੋਣੇ, ਅਤੇ ਹੋਰ ਵੀ ਅੱਗੇ ਬੱਚਿਆਂ ਨੂੰ ਸ਼ੇਅਰ ਕਰੋ ਵੀਡੀਓ ਤਾਂ ਜੋ ਜਿਨ੍ਹਾਂ ਬੱਚਿਆਂ ਨੂੰ ਬਹੁਤ ਮਨ 'ਚ ਡਾਊਟ ਸੀਗਾ ਉਹ ਕਲੀਅਰ ਹੋ ਜੇ। ਅਤੇ ਜਿਹੜਾ ਹੁਣ ਰਹੀ ਗੱਲ ਮੇਨ ਐਡਮਿਸ਼ਨ ਪ੍ਰੋਸੈਸ ਕਦੋਂ ਸ਼ੁਰੂ ਹੋਊਗਾ, ਬਹੁਤ ਜਲਦੀ ਆ ਜਾਊਗਾ। ਜੇ ਨੋਟਿਸ ਆ ਗਿਆ ਤਾਂ ਐਡਮਿਸ਼ਨ ਪ੍ਰੋਸੈਸ ਵੀ ਬਹੁਤ ਜਲਦੀ ਸ਼ੁਰੂ ਹੋਊਗਾ ਅਤੇ ਉਹਦੇ ਮੈਂ ਤੁਹਾਨੂੰ ਅਪਡੇਟ ਕਰ ਦਾਂਗੀ, ਤੁਸੀਂ ਅਪਲਾਈ ਕਰ ਦਿਓ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।